ਸਭ ਨੂੰ ਜੈ ਮਸੀਹ ਦੀ। ਅਸੀਂ ਤੁਹਾਡਾ ਸਭ ਦਾ ਜੀਸਸ ਕਲਾਮ ਚੈਨਲ ਵਿੱਚ ਸਵਾਗਤ ਕਰਦੇ ਹਾਂ। ਖੁਦਾ ਤੁਹਾਨੂੰ ਸਭ ਨੂੰ ਆਸ਼ੀਸ਼ ਦੇ। ਮੇਰੇ ਭੈਣ ਤੇ ਭਰਾਓ, ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਮੂਸਾ ਦੇ ਜਨਮ ਦੀ ਕਹਾਣੀ ਬਾਰੇ ਦੱਸਾਂਗੇ। ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਲੈਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਤਾਂ ਆਓ ਹੁਣ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਬਾਰੇ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਇਜ਼ਰਾਈਲੀ ਮਿਸਰ ਦੇਸ਼ ਵਿੱਚ ਰਹਿੰਦੇ ਸੀ ਅਤੇ ਉਹਨਾਂ ਨੂੰ ਉੱਥੇ ਰਹਿੰਦੇ 400 ਸਾਲ ਹੋ ਚੁੱਕੇ ਸਨ ਅਤੇ ਉਹ ਇਜ਼ਰਾਈਲੀ ਸੰਖਿਆ ਵਿੱਚ ਬਹੁਤ ਹੀ ਜ਼ਿਆਦਾ ਵੱਧ ਚੁੱਕੇ ਸੀ। ਉਸ ਟਾਈਮ ਫਿਰੌਨ ਨੇ, ਜੋ ਮਿਸਰ ਦੇਸ਼ ਦਾ ਰਾਜਾ ਸੀ, ਉਸਨੇ ਇਜ਼ਰਾਈਲੀਆਂ ਤੋਂ ਰਾਮਸੇਸ ਅਤੇ ਪਿਤੌਮ ਨਾਮ ਦੇ ਭੰਡਾਰ ਵਾਲੇ ਨਗਰ ਬਣਵਾਏ। ਫਿਰੌਨ ਇਜ਼ਰਾਈਲੀਆਂ ਦੀ ਵੱਧਦੀ ਸੰਖਿਆ ਦੇ ਕਾਰਨ ਉਹਨਾਂ ਨੂੰ ਦੁੱਖ ਦੇਣ ਅਤੇ ਸਤਾਉਣ ਲੱਗਾ, ਲੇਕਿਨ ਫਿਰੌਨ ਜਿੰਨਾ ਉਹਨਾਂ ਨੂੰ ਦੁੱਖ ਅਤੇ ਸਤਾਉਂਦਾ ਸੀ, ਇਜ਼ਰਾਈਲੀ ਓਨੇ ਹੀ ਵੱਧਦੇ ਜਾਂਦੇ ਸੀ। ਫਿਰ ਫਿਰੌਨ ਨੇ ਸਿਪਰਾ ਅਤੇ ਪੂਆਨ ਨਾਮ ਦੀਆਂ ਦੋ ਦਾਈਆਂ ਨੂੰ ਹੁਕਮ ਦਿੱਤਾ ਤਾਂ ਕਿ ਇਜ਼ਰਾਈਲੀਆਂ ਦੇ ਲੜਕਿਆਂ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਵੇ, ਕਿਉਂਕਿ ਫਿਰੌਨ ਨੂੰ ਇਹ ਡਰ ਸੀ ਕਿ ਜੇਕਰ ਇਜ਼ਰਾਈਲੀ ਇਸੇ ਤਰ੍ਹਾਂ ਹੀ ਵੱਧਦੇ ਗਏ ਤਾਂ ਕਿਤੇ ਇੱਕ ਦਿਨ ਉਹ ਸਾਰੇ ਦੁਸ਼ਮਣਾਂ ਦੇ ਨਾਲ ਰਲ ਕੇ ਸਾਡੇ ਨਾਲ ਲੜਨਗੇ ਅਤੇ ਇਸ ਦੇਸ਼ ਵਿੱਚੋਂ ਨਿਕਲ ਜਾਣਗੇ। ਫਿਰ ਉਹ ਇਬਰੀ ਦਾਈਆਂ ਜੋ ਸੀ, ਉਹ ਪਰਮੇਸ਼ਵਰ ਦਾ ਡਰ ਰੱਖਦੀਆਂ ਸਨ, ਇਸ ਲਈ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹ ਫਿਰੌਨ ਦਾ ਹੁਕਮ ਨਾ ਮੰਨ ਕੇ ਉਹਨਾਂ ਦੇ ਲੜਕਿਆਂ ਨੂੰ ਜੀਵਤ ਹੀ ਰਹਿਣ ਦਿੰਦੀਆਂ ਸਨ। ਫਿਰ ਇੱਕ ਦਿਨ ਉਹ ਫੜੀਆਂ ਗਈਆਂ ਤਾਂ ਫਿਰੌਨ ਨੇ ਕਿਹਾ ਕਿ ਤੁਸੀਂ ਅਜਿਹਾ ਕਿਉਂ ਕੀਤਾ, ਜਦ ਕਿ ਮੈਂ ਤੁਹਾਨੂੰ ਹੁਕਮ ਦਿੱਤਾ ਸੀ ਕਿ ਇਹਨਾਂ ਦੇ ਬੱਚਿਆਂ ਨੂੰ ਜਨਮ ਦੇ ਸਮੇਂ ਹੀ ਮਾਰ ਦਿੱਤਾ ਜਾਵੇ, ਤਾਂ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਮਾਰਿਆ? ਤਾਂ ਉਹਨਾਂ ਦਾਈਆਂ ਨੇ ਕਿਹਾ ਕਿ ਇਹ ਇਬਰੀ ਇਸਤਰੀਆਂ ਮਿਸਰ ਇਸਤਰੀਆਂ ਨਾਲੋਂ ਕਾਫੀ ਫੁਰਤੀਲੀਆਂ ਹਨ। ਸਾਡੇ ਜਾਣ ਤੋਂ ਪਹਿਲਾਂ ਹੀ ਉਹ ਆਪਣੇ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ, ਇਸ ਲਈ ਅਸੀਂ ਕੁਝ ਨਹੀਂ ਕਰ ਸਕੇ। ਉਹਨਾਂ ਦਾਈਆਂ ਤੋਂ ਖੁਸ਼ ਹੋ ਕੇ ਇਸ ਲਈ ਪਰਮੇਸ਼ਰ ਨੇ ਉਹਨਾਂ ਦਾਈਆਂ ਨਾਲ ਭਲਾਈ ਕੀਤੀ ਅਤੇ ਉਹਨਾਂ ਦਾ ਘਰ ਵਸਾਇਆ ਅਤੇ ਉਹਨਾਂ ਦੇ ਵੰਸ਼ ਨੂੰ ਅੱਗੇ ਵਧਾਇਆ। ਖੁਦਾ ਦੇ ਪਿਆਰਿਓ, ਇੱਥੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਪਰਮੇਸ਼ਰ ਨੇ ਅਬਰਾਹਮ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਵੰਸ਼ ਨੂੰ ਆਕਾਸ਼ ਦੇ ਤਰਾਂਗਣ ਦੇ ਸਮਾਨ ਵਧਾਵਾਂਗਾ, ਅਤੇ ਉਸਨੇ ਇਸ ਤਰ੍ਹਾਂ ਕੀਤਾ ਵੀ। ਮਿਸਰ ਦੇਸ਼ ਵਿੱਚ ਉਸ ਟਾਈਮ ਕੇਵਲ 70 ਲੋਕ ਹੀ ਆਏ ਸੀ, ਲੇਕਿਨ ਉਹਨਾਂ 400 ਸਾਲਾਂ ਵਿੱਚ ਉਹਨਾਂ ਦੀ ਸੰਖਿਆ 20 ਲੱਖ ਤੋਂ ਵੀ ਜ਼ਿਆਦਾ ਹੋ ਚੁੱਕੀ ਸੀ। ਫਿਰੌਨ ਜੋ ਇਜ਼ਰਾਈਲੀਆਂ ਨੂੰ ਇਸ ਤਰ੍ਹਾਂ ਵੱਧਦੇ ਹੋਏ ਵੇਖ ਕੇ ਘਬਰਾ ਗਿਆ ਸੀ, ਉਸਨੇ ਵੀ ਇਜ਼ਰਾਈਲੀਆਂ ਨੂੰ ਇਸ ਤਰ੍ਹਾਂ ਵੱਧਦੇ ਤੋਂ ਰੋਕਣ ਲਈ ਕਈ ਪ੍ਰਯਾਸ ਕੀਤੇ। ਇਸ ਲਈ ਉਹ ਜਿੰਨਾ ਰੋਕਦਾ ਸੀ, ਇਜ਼ਰਾਈਲੀ ਉਨਾ ਹੀ ਵੱਧਦੇ ਜਾਂਦੇ ਸਨ। ਦੋਸਤੋ, ਪਰਮੇਸ਼ਵਰ ਦੀ ਅਸੀਸ ਨੂੰ ਵਧਣ ਤੋਂ ਕੋਈ ਨਹੀਂ ਰੋਕ ਸਕਦਾ। ਪਰਮੇਸ਼ਵਰ ਦਾ ਵਾਅਦਾ ਅਬਰਾਹਮ ਅਤੇ ਉਸਦੇ ਵੰਸ਼ ਦਾ ਸੀ, ਜਿਸ ਨੂੰ ਪਰਮੇਸ਼ਵਰ ਨੇ ਪੂਰਾ ਵੀ ਕੀਤਾ। ਇਜ਼ਰਾਈਲੀਆਂ ਦੀ ਸੰਖਿਆ ਇੰਨੀ ਵੱਧ ਚੁੱਕੀ ਸੀ ਕਿ ਉਹ ਇੱਕ ਰਾਸ਼ਟਰ ਬਣ ਚੁੱਕੇ ਸੀ। ਹਾਲਾਂਕਿ ਇਜ਼ਰਾਈਲੀ ਮਿਸਰ ਦੇਸ਼ ਵਿੱਚ ਗੁਲਾਮ ਸਨ, ਪਰ ਫਿਰ ਵੀ ਫਿਰੌਨ ਡਰ ਗਿਆ ਸੀ। ਇਸ ਲਈ ਉਸਨੇ ਇਹ ਹੁਕਮ ਦਿੱਤਾ ਸੀ ਕਿ ਇਜ਼ਰਾਈਲੀਆਂ ਦੇ ਲੜਕਿਆਂ ਨੂੰ ਪੈਦਾ ਹੁੰਦੇ ਹੀ ਮਾਰ ਦਿੱਤਾ ਜਾਵੇ। ਇਹ ਯੋਜਨਾ ਸ਼ੈਤਾਨ ਦੀ ਸੀ, ਕਿਉਂਕਿ ਸ਼ੈਤਾਨ ਹਮੇਸ਼ਾ ਯਹੂਦੀਆਂ ਨੂੰ ਮਾਰ ਦੇਣ ਦੇ ਲਈ ਉਹਨਾਂ ਪਿੱਛੇ ਲੱਗਿਆ ਰਹਿੰਦਾ ਸੀ, ਲੇਕਿਨ ਪਰਮੇਸ਼ਰ ਹਮੇਸ਼ਾ ਉਹਨਾਂ ਨੂੰ ਸ਼ੈਤਾਨ ਦੇ ਚੁੰਗਲ ਤੋਂ ਬਚਾਉਂਦਾ ਰਿਹਾ ਅਤੇ ਸ਼ੈਤਾਨ ਦੀਆਂ ਇਹ ਚਾਲਾਂ ਨੂੰ ਉਸਦੇ ਸਿਰ ਤੇ ਹੀ ਪਲਟ ਦਿੱਤਾ, ਜਿਸ ਨਾਲ ਪਰਮੇਸ਼ਰ ਸ਼ੈਤਾਨ ਦੇ ਇਹ ਕੰਮ ਨੂੰ ਆਪਣੇ ਉਦੇਸ਼ ਪੂਰਾ ਕਰਨ ਦੇ ਲਈ ਇਸਤੇਮਾਲ ਕਰਦਾ ਸੀ। ਇਸ ਲਈ ਦੋਸਤੋ, ਪਰਮੇਸ਼ਰ ਸਾਡੇ ਜੀਵਨ ਵਿੱਚ ਕਈ ਵਾਰ ਇਸ ਲਈ ਸ਼ੈਤਾਨ ਦੇ ਕੰਮ ਹੋਣ ਦਿੰਦਾ ਹੈ ਕਿ ਬਾਅਦ ਵਿੱਚ ਉਹ ਸ਼ੈਤਾਨ ਨੂੰ ਹਰਾ ਕੇ ਅਤੇ ਸ਼ੈਤਾਨ ਨੂੰ ਸ਼ਰਮਿੰਦਾ ਕਰ ਸਕੇ ਅਤੇ ਪਰਮੇਸ਼ਰ ਦਾ ਉਦੇਸ਼ ਪੂਰਾ ਹੋਵੇ। ਹੁਣ ਅਸੀਂ ਅੱਗੇ ਦੱਸਦੇ ਹਾਂ ਕਿ ਦੋਸਤੋ, ਉਸ ਸਮੇਂ ਲੇਵੀ ਦੇ ਘਰਾਣੇ ਦੇ ਇੱਕ ਪੁਰਸ਼ ਨੇ, ਜਿਸ ਦਾ ਨਾਮ ਅਮਰਾਮ ਸੀ, ਲੇਵੀ ਦੇ ਹੀ ਘਰਾਣੇ ਦੀ ਇੱਕ ਇਸਤਰੀ ਜਿਸ ਦਾ ਨਾਮ ਯੋਕੇਬੇਦ ਸੀ, ਉਸ ਨਾਲ ਅਮਰਾਮ ਦਾ ਵਿਆਹ ਹੋਇਆ। ਫਿਰ ਉਹਨਾਂ ਘਰ ਇੱਕ ਬੇਟਾ ਹੋਇਆ। ਜਦੋਂ ਉਹਨਾਂ ਦੇਖਿਆ ਕਿ ਇਹ ਬੇਟਾ ਬਹੁਤ ਸੋਹਣਾ ਹੈ, ਤਾਂ ਉਹਨਾਂ ਇਸ ਬੇਟੇ ਨੂੰ 3 ਮਹੀਨੇ ਤੱਕ ਲੁਕਾ ਕੇ ਰੱਖਿਆ। ਫਿਰ ਜਦੋਂ ਉਹ ਇਸ ਬਾਲਕ ਨੂੰ ਹੋਰ ਨਾ ਲੁਕਾ ਸਕੇ, ਤਾਂ ਉਹਨਾਂ ਨੇ ਸਰਕੰਡੇ ਦੀ ਇੱਕ ਟੋਕਰੀ ਲੈ ਕੇ ਉਸਦੇ ਆਲੇ ਦੁਆਲੇ ਚੀਕਣੀ ਮਿੱਟੀ ਲਗਾ ਕੇ ਅਤੇ ਰਾਲ ਲਗਾ ਕੇ ਉਸ ਵਿੱਚ ਉਸ ਬਾਲਕ ਨੂੰ ਪਾ ਕੇ ਨੀਲ ਨਦੀ ਦੇ ਵਿੱਚ ਝਾੜੀਆਂ ਵਿੱਚ ਛੱਡ ਆਏ। ਉਸ ਬਾਲਕ ਦੀ ਭੈਣ ਮਰੀਅਮ ਦੂਰ ਖੜ ਕੇ ਉਸ ਨੂੰ ਦੇਖਦੀ ਰਹੀ ਅਤੇ ਇਹ ਸੋਚਦੀ ਰਹੀ ਕਿ ਉਸ ਦਾ ਕੀ ਹਾਲ ਹੋਵੇਗਾ। ਤਦ ਫਿਰੌਨ ਦੀ ਬੇਟੀ ਆਪਣੀ ਸਹੇਲੀਆਂ ਨਾਲ ਉਸੇ ਨਦੀ ਦੇ ਕਿਨਾਰੇ ਆਈ। ਉਸ ਦੀਆਂ ਸਹੇਲੀਆਂ ਨਦੀ ਦੇ ਕਿਨਾਰੇ ਕਿਨਾਰੇ ਟਹਿਲ ਰਹੀਆਂ ਸਨ। ਫਿਰ ਫਿਰੌਨ ਦੀ ਬੇਟੀ ਦੀ ਨਜ਼ਰ ਉਸ ਟੋਕਰੀ ਤੇ ਪਈ ਤਾਂ ਉਸਨੇ ਆਪਣੀਆਂ ਦਾਸੀਆਂ ਨੂੰ ਹੁਕਮ ਦਿੱਤਾ ਕਿ ਇਹ ਟੋਕਰੀ ਨੂੰ ਫੜ ਕੇ ਲੈ ਕੇ ਆਓ।
ਫਿਰ ਜਦੋਂ ਉਸ ਦੀਆਂ ਸਹੇਲੀਆਂ ਉਸ ਟੋਕਰੀ ਨੂੰ ਫੜ ਕੇ ਉਸ ਕੋਲ ਲੈ ਕੇ ਆਈਆਂ, ਫਿਰ ਜਦੋਂ ਉਹਨਾਂ ਨੇ ਉਸ ਟੋਕਰੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਹਨਾਂ ਨੇ ਟੋਕਰੀ ਵਿੱਚ ਇੱਕ ਬਾਲਕ ਨੂੰ ਰੋਂਦਾ ਹੋਇਆ ਦੇਖਿਆ। ਤਾਂ ਫਿਰੌਨ ਦੀ ਬੇਟੀ ਨੂੰ ਉਸ ਉੱਪਰ ਤਰਸ ਆਇਆ ਤਾਂ ਉਸ ਨੇ ਕਿਹਾ, ਇਹ ਤਾਂ ਕਿਸੇ ਇਬਰੀ ਦਾ ਬਾਲਕ ਹੋਵੇਗਾ। ਫਿਰ ਉਸ ਬਾਲਕ ਦੀ ਭੈਣ ਮਰੀਅਮ, ਜੋ ਦੂਰ ਖੜ ਕੇ ਇਹ ਸਭ ਦੇਖ ਰਹੀ ਸੀ, ਉਸ ਨੇ ਫਿਰੌਨ ਦੀ ਬੇਟੀ ਦੇ ਕੋਲ ਆ ਕੇ ਕਿਹਾ ਕਿ ਮੈਂ ਜਾ ਕੇ ਕਿਸੇ ਇਜ਼ਰਾਈਲੀ ਇਸਤਰੀ ਨੂੰ ਬੁਲਾ ਕੇ ਲਿਆਵਾਂ ਜੋ ਤੇਰੇ ਲਈ ਇਸ ਬਾਲਕ ਨੂੰ ਦੁੱਧ ਪਿਲਾ ਸਕੇ। ਤਾਂ ਫਿਰੌਨ ਦੀ ਬੇਟੀ ਨੇ ਕਿਹਾ, ਲੈ ਕੇ ਆ। ਤਾਂ ਉਹ ਬੇਟੀ ਜਾ ਕੇ ਮਾਲਕ ਦੀ ਮਾਤਾ ਨੂੰ ਬੁਲਾ ਕੇ ਲੈ ਆਈ। ਫਿਰ ਫਿਰੌਨ ਦੀ ਬੇਟੀ ਨੇ ਉਸ ਨੂੰ ਕਿਹਾ ਕਿ ਤੂੰ ਰੋਜ਼ ਮੇਰੇ ਲਈ ਇਸ ਬਾਲਕ ਨੂੰ ਦੁੱਧ ਪਿਲਾਇਆ ਕਰੇਂਗੀ ਅਤੇ ਇਸ ਦੇ ਬਦਲੇ ਮੈਂ ਤੈਨੂੰ ਮਜ਼ਦੂਰੀ ਦਿਆਂਗੀ। ਤਾਂ ਉਹ ਇਸਤਰੀ ਬਾਲਕ ਨੂੰ ਲੈ ਕੇ ਦੁੱਧ ਪਿਲਾਉਣ ਲੱਗ ਪਈ। ਉਹ ਇਸਤਰੀ ਉਹੀ ਸੀ ਜਿਸ ਦਾ ਉਹ ਬੇਟਾ ਸੀ, ਜਾਣੀ ਕਿ ਯੋਕੇਬੇਦ ਹੀ ਸੀ, ਜੋ ਹਰ ਰੋਜ਼ ਉਸ ਨੂੰ ਦੁੱਧ ਪਿਲਾਇਆ ਕਰਦੀ ਸੀ। ਜਦੋਂ ਬਾਲਕ ਥੋੜਾ ਵੱਡਾ ਹੋਇਆ ਤਾਂ ਉਹ ਉਸ ਨੂੰ ਫਿਰੌਨ ਦੀ ਬੇਟੀ ਦੇ ਕੋਲ ਲੈ ਗਈ ਅਤੇ ਉਹ ਉਸ ਦਾ ਬੇਟਾ ਬਣ ਗਿਆ। ਉਸ ਨੇ ਇਹ ਕਹਿ ਕੇ ਉਸ ਦਾ ਨਾਮ ਮੂਸਾ ਰੱਖਿਆ ਕਿ ਮੈਂ ਇਸ ਨੂੰ ਜਲ ਤੋਂ ਕੱਢਿਆ ਹੈ, ਮਤਲਬ ਨਦੀ ਦੇ ਵਿੱਚ ਵਗਦੇ ਪਾਣੀ ਵਿੱਚੋਂ ਮੈਂ ਇਸ ਨੂੰ ਕੱਢਿਆ ਹੈ। ਮੇਰੇ ਭੈਣ ਤੇ ਭਰਾਓ, ਇੱਥੇ ਅਸੀਂ ਤੁਹਾਨੂੰ ਦੱਸੀਏ ਕਿ ਮੂਸਾ ਨੂੰ ਉਸ ਦੀ ਮਾਂ ਦੇ ਵਿਸ਼ਵਾਸ ਨੇ ਹੀ ਬਚਾਇਆ ਸੀ। ਹੁਣ ਤੁਸੀਂ ਇਹ ਸੋਚੋਗੇ ਕਿ ਉਸ ਦੀ ਮਾਂ ਦੇ ਵਿਸ਼ਵਾਸ ਨੇ ਕਿਵੇਂ? ਤਾਂ ਤੁਹਾਨੂੰ ਜਿਵੇਂ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਜਦੋਂ ਮੂਸਾ ਦਾ ਜਨਮ ਹੋਇਆ ਸੀ, ਉਸ ਟਾਈਮ ਰਾਜਾ ਫਿਰੌਨ ਨੇ ਹੁਕਮ ਦਿੱਤਾ ਹੋਇਆ ਸੀ ਕਿ ਇਜ਼ਰਾਈਲੀਆਂ ਦੇ ਘਰ ਜੇਕਰ ਕੋਈ ਵੀ ਲੜਕਾ ਹੁੰਦਾ ਹੈ ਤਾਂ ਉਸ ਨੂੰ ਜਨਮ ਸਮੇਂ ਹੀ ਮਾਰ ਦਿੱਤਾ ਜਾਵੇ। ਇਸ ਦੇ ਬਾਵਜੂਦ ਵੀ ਮੂਸਾ ਦੀ ਮਾਂ ਨੇ ਉਸ ਨੂੰ ਬਚਾ ਕੇ 3 ਮਹੀਨੇ ਤੱਕ ਰੱਖਿਆ। ਮੂਸਾ ਬਹੁਤ ਸੋਹਣਾ ਸੀ, ਇਸ ਲਈ ਉਸ ਦੇ ਮਾਤਾ ਪਿਤਾ ਇਹ ਸਮਝ ਚੁੱਕੇ ਸੀ ਕਿ ਇਹ ਬੇਟਾ ਕੁਝ ਅਲੱਗ ਹੋਵੇਗਾ। ਪਰਮੇਸ਼ਵਰ ਇਸ ਦੁਆਰਾ ਕੁਝ ਮਹਾਨ ਕਰਨ ਜਾ ਰਿਹਾ ਹੈ। ਇਸ ਲਈ ਜਦੋਂ ਉਹ ਇਸ ਨੂੰ ਜ਼ਿਆਦਾ ਲੁਕਾ ਨਾ ਸਕੇ ਤਾਂ ਉਹਨਾਂ ਇੱਕ ਟੋਕਰੀ ਵਿੱਚ ਪਾ ਕੇ ਉਸ ਨੂੰ ਨਦੀ ਵਿੱਚ ਰੋੜ ਦਿੱਤਾ ਸੀ, ਕਿਉਂਕਿ ਉਸ ਦੇ ਮਾਤਾ ਪਿਤਾ ਨੂੰ ਪਰਮੇਸ਼ਵਰ ਉੱਤੇ ਵਿਸ਼ਵਾਸ ਸੀ ਕਿ ਪਰਮੇਸ਼ਵਰ ਜ਼ਰੂਰ ਇਸ ਬਾਲਕ ਨੂੰ ਬਚਾਵੇਗਾ ਅਤੇ ਇਸ ਦੀ ਰੱਖਿਆ ਕਰੇਗਾ। ਇੱਥੇ ਤੁਸੀਂ ਪਰਮੇਸ਼ਵਰ ਦੀ ਮਹਿਮਾ ਇਹ ਦੇਖੋਗੇ ਕਿ ਮੂਸਾ ਨਾ ਸਿਰਫ ਜਿਉਂਦਾ ਰਿਹਾ, ਬਲਕਿ ਮੂਸਾ ਨੂੰ ਦੁੱਧ ਪਿਲਾਉਣ ਵਾਲੀ ਔਰਤ ਜੋ ਬੁਲਾਈ ਗਈ ਸੀ ਉਹ ਵੀ ਉਸ ਦੀ ਮਾਂ ਹੀ ਸੀ, ਉਸ ਨੂੰ ਹੀ ਬੁਲਾਇਆ ਗਿਆ ਸੀ। ਅਤੇ ਇਸ ਗੱਲ ਤੇ ਉਸ ਨੂੰ ਪੈਸੇ ਵੀ ਦਿੱਤੇ ਗਏ ਸੀ, ਕਿਉਂਕਿ ਫਿਰੌਨ ਦੀ ਬੇਟੀ ਇਹ ਨਹੀਂ ਸੀ ਜਾਣਦੀ ਕਿ ਇਸ ਬਾਲਕ ਦੀ ਅਸਲੀ ਮਾਂ ਇਹੀ ਹੈ। ਯੋਕੇਬੇਦ ਨੇ ਯਹੋਵਾ ਅਤੇ ਉਸ ਦੇ ਵਾਅਦਿਆਂ ਤੇ ਵਿਸ਼ਵਾਸ ਰੱਖਿਆ ਅਤੇ ਫਿਰੌਨ ਦੇ ਹੁਕਮ ਦਾ ਵੀ ਡਰ ਨਾ ਰੱਖਿਆ ਅਤੇ ਮੂਸਾ ਨੂੰ ਬਚਾ ਲਿਆ। 3 ਮਹੀਨੇ ਆਪਣੇ ਬੱਚੇ ਨੂੰ ਲੁਕਾ ਕੇ ਰੱਖਣਾ, ਫਿਰ 3 ਮਹੀਨੇ ਦੇ ਬੱਚੇ ਨੂੰ ਨੀਲ ਨਦੀ ਵਿੱਚ ਇੱਕ ਟੋਕਰੀ ਵਿੱਚ ਪਾ ਕੇ ਰੋੜ ਦੇਣ ਦੇ ਲਈ ਬਹੁਤ ਜਿਗਰਾ ਚਾਹੀਦਾ, ਕਿਉਂ ਜੋ ਕੋਈ ਵੀ ਮਾਂ ਆਪਣੇ 3 ਮਹੀਨੇ ਦੇ ਬੇਟੇ ਨੂੰ ਇਸ ਤਰ੍ਹਾਂ ਨੀਲ ਨਦੀ ਵਿੱਚ ਨਹੀਂ ਰੋੜ ਸਕਦੀ। ਇੱਥੇ ਇਹ ਹਿੰਮਤ ਜੋ ਅਸੀਂ ਦੇਖਦੇ ਹਾਂ, ਜੋ ਅਮਰਾਮ ਅਤੇ ਯੋਕੇਬੇਦ ਨੂੰ ਮਿਲੀ ਸੀ, ਉਹ ਯਹੋਵਾ ਵੱਲੋਂ ਸੀ, ਕਿਉਂਕਿ ਉਹ ਪਰਮੇਸ਼ਵਰ ਉੱਤੇ ਭਰੋਸਾ ਰੱਖਦੇ ਸੀ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਹੁਣ ਪਰਮੇਸ਼ਵਰ ਹੀ ਇਸ ਨੂੰ ਬਚਾਵੇ। ਹੁਣ ਅਸੀਂ ਅੱਗੇ ਇਹ ਦੇਖਦੇ ਹਾਂ ਕਿ ਮੂਸਾ ਦੀ ਪਰਵਰਿਸ਼ ਅਤੇ ਪਾਲਣ ਪੋਸ਼ਣ ਫਿਰੌਨ ਦੀ ਬੇਟੀ ਦੇ ਹੀ ਇੱਥੇ ਹੋਇਆ। ਇਸ ਤਰ੍ਹਾਂ ਉਸਨੇ ਇੱਕ ਰਾਜਕੁਮਾਰ ਦੀ ਤਰ੍ਹਾਂ ਅਤੇ ਰਾਜਮਹਿਲ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ। ਫਿਰ ਜਦੋਂ ਮੂਸਾ ਜਵਾਨ ਹੋਇਆ ਤਾਂ ਉਸਨੇ ਇੱਕ ਦਿਨ ਬਾਹਰ ਜਾ ਕੇ ਆਪਣੇ ਦੋਸਤਾਂ ਦਾ ਹਾਲ ਚਾਲ ਅਤੇ ਉਹਨਾਂ ਦੇ ਦੁੱਖਾਂ ਬਾਰੇ ਧਿਆਨ ਕੀਤਾ। ਉਸਨੇ ਦੇਖਿਆ ਕਿ ਇੱਕ ਮਿਸਰੀ ਅਤੇ ਇਬਰੀ ਦੋਨੋਂ ਆਪਸ ਵਿੱਚ ਲੜ ਰਹੇ ਹਨ। ਲੜਦੇ ਲੜਦੇ ਮਿਸਰੀ ਨੇ ਇਬਰੀ ਨੂੰ ਮਾਰ ਦਿੱਤਾ। ਫਿਰ ਮੂਸਾ ਨੇ ਇੱਧਰ ਉੱਧਰ ਦੇਖਿਆ ਅਤੇ ਜਦੋਂ ਕੋਈ ਨਹੀਂ ਮਿਲਿਆ ਤਾਂ ਉਸਨੇ ਉਸ ਮਿਸਰੀ ਨੂੰ ਮਾਰ ਦਿੱਤਾ ਅਤੇ ਰੇਤ ਵਿੱਚ ਦੱਬ ਦਿੱਤਾ। ਫਿਰ ਅਗਲੇ ਦਿਨ ਜਦੋਂ ਉਹ ਬਾਹਰ ਗਿਆ ਤਾਂ ਉਸਨੇ ਦੇਖਿਆ ਕਿ 2 ਇਬਰੀ ਪੁਰਸ਼ ਆਪਸ ਵਿੱਚ ਲੜ ਰਹੇ ਸਨ ਅਤੇ ਮਾਰਕੁੱਟ ਕਰ ਰਹੇ ਸਨ। ਮੂਸਾ ਨੇ ਉਹਨਾਂ ਨੂੰ ਕਿਹਾ, ਤੁਸੀਂ ਆਪਸ ਵਿੱਚ ਕਿਉਂ ਲੜ ਰਹੇ ਹੋ? ਤਦ ਉਹਨਾਂ ਵਿੱਚੋਂ ਇੱਕ ਨੇ ਮੂਸਾ ਨੂੰ ਕਿਹਾ, ਤੈਨੂੰ ਕਿਸਨੇ ਕਿਹਾ ਕਿ ਤੂੰ ਸਾਡੇ ਵਿੱਚ ਬੋਲ, ਕਿ ਤੂੰ ਜਿਸ ਤਰ੍ਹਾਂ ਉਸ ਮਿਸਰੀ ਨੂੰ ਮਾਰਿਆ ਸੀ ਕਿ ਮੈਨੂੰ ਵੀ ਉਸੇ ਤਰ੍ਹਾਂ ਮਾਰ ਦੇਂਗਾ? ਇਹ ਸੁਣ ਕੇ ਮੂਸਾ ਡਰ ਗਿਆ ਕਿ ਇਹ ਗੱਲ ਸਭ ਨੂੰ ਪਤਾ ਲੱਗ ਚੁੱਕੀ ਹੈ ਕਿ ਮੈਂ ਇੱਕ ਮਿਸਰੀ ਨੂੰ ਮਾਰ ਦਿੱਤਾ ਹੈ। ਫਿਰ ਜਦੋਂ ਰਾਜੇ ਫਿਰੌਨ ਨੂੰ ਇਹ ਗੱਲ ਪਤਾ ਲੱਗੀ ਮੂਸਾ ਨੇ ਇੱਕ ਮਿਸਰੀ ਨੂੰ ਮਾਰ ਦਿੱਤਾ ਤਾਂ ਫਿਰੌਨ ਨੇ ਮੂਸਾ ਨੂੰ ਮਾਰ ਦੇਣ ਲਈ ਯੋਜਨਾ ਬਣਾਈ। ਤਾਂ ਮੂਸਾ ਫਿਰੌਨ ਦੇ ਅੱਖੋਂ ਭੱਜ ਗਿਆ ਅਤੇ ਨਿਗਾਨ ਦੇਸ਼ ਵਿੱਚ ਚਲਾ ਗਿਆ। ਉੱਥੇ ਉਹ ਇੱਕ ਖੂਹ ਉੱਤੇ ਬੈਠ ਗਿਆ। ਉੱਥੇ ਨਿਗਾਨ ਦਾ ਇੱਕ ਜਾਜਕ ਸੀ, ਉਸ ਦੀਆਂ 7 ਬੇਟੀਆਂ ਸਨ। ਉਹ 7 ਬੇਟੀਆਂ ਜਿੱਥੇ ਮੂਸਾ ਬੈਠਾ ਹੋਇਆ ਸੀ ਉੱਥੇ ਪਾਣੀ ਭਰਨ ਲਈ ਆਈਆਂ ਕਿ ਉਹ ਖੂਹ ਤੋਂ ਪਾਣੀ ਭਰ ਕੇ ਆਪਣੇ ਪਿਤਾ ਦੀਆਂ ਭੇਡ ਬੱਕਰੀਆਂ ਨੂੰ ਪਿਲਾ ਸਕਣ।
ਉੱਥੇ ਕੁਝ ਚਰਾਵੇ ਉਹਨਾਂ ਉੱਤੇ ਚਲਾਏ। ਤਾਂ ਫਿਰ ਮੂਸਾ ਨੇ ਖੜੇ ਹੋ ਕੇ ਉਹਨਾਂ ਦੀ ਸਹਾਇਤਾ ਕੀਤੀ ਅਤੇ ਭੇਡ ਬੱਕਰੀਆਂ ਨੂੰ ਪਾਣੀ ਵੀ ਪਿਲਾਇਆ। ਫਿਰ ਜਦੋਂ ਉਹ ਆਪਣੇ ਪਿਤਾ ਕੋਲ ਆਈਆਂ ਤਾਂ ਉਹਨਾਂ ਨੇ ਪੁੱਛਿਆ ਕਿ ਕੀ ਕਾਰਨ ਹੈ, ਤੁਸੀਂ ਅੱਜ ਇੰਨੀ ਲੇਟ ਕਿਉਂ? ਉਹਨਾਂ ਨੇ ਕਿਹਾ, ਅੱਜ ਸਾਨੂੰ ਇੱਕ ਮਿਸਰੀ ਪੁਰਸ਼ ਨੇ ਸਾਨੂੰ ਚਰਾਵਿਆਂ ਦੇ ਹੱਥੋਂ ਬਚਾਇਆ ਹੈ ਅਤੇ ਸਾਡੇ ਲਈ ਪਾਣੀ ਭਰ ਕੇ ਭੇਡ ਬੱਕਰੀਆਂ ਨੂੰ ਵੀ ਪਿਲਾਇਆ। ਤਦ ਰੂਏਲ, ਜੋ ਉਹਨਾਂ ਲੜਕੀਆਂ ਦਾ ਪਿਤਾ ਸੀ, ਆਪਣੀ ਲੜਕੀਆਂ ਨੂੰ ਕਿਹਾ, ਉਸ ਪੁਰਸ਼ ਨੂੰ ਇੱਥੇ ਲੈ ਕੇ ਆਓ। ਤੁਸੀਂ ਉਸ ਨੂੰ ਉੱਥੇ ਕਿਉਂ ਛੱਡ ਆਈਆਂ? ਉਸ ਨੂੰ ਬੁਲਾ ਕੇ ਲਿਆਓ ਤਾਂ ਕਿ ਉਹ ਸਾਡੇ ਨਾਲ ਭੋਜਨ ਕਰ ਸਕੇ। ਫਿਰ ਜਦੋਂ ਮੂਸਾ ਨੇ ਰੂਏਲ ਦੇ ਨਾਲ ਭੋਜਨ ਕੀਤਾ ਅਤੇ ਰੂਏਲ ਨੂੰ ਮੂਸਾ ਦਾ ਸੁਭਾਅ ਬਹੁਤ ਵਧੀਆ ਲੱਗਿਆ। ਫਿਰ ਰੂਏਲ ਨੇ ਮੂਸਾ ਨੂੰ ਆਪਣੇ ਨਾਲ ਰਹਿਣ ਅਤੇ ਆਪਣੀ ਇੱਕ ਧੀ ਦਾ ਵਿਆਹ ਮੂਸਾ ਨਾਲ ਕਰਨ ਦਾ ਪ੍ਰਸਤਾਵ ਮੂਸਾ ਅੱਗੇ ਰੱਖਿਆ, ਜਿਸ ਨੂੰ ਮੂਸਾ ਨੇ ਸਵੀਕਾਰ ਕਰ ਲਿਆ। ਤਦ ਰੂਏਲ ਨੇ ਆਪਣੀ ਬੇਟੀ ਸਿਪੋਰਾ ਦਾ ਵਿਆਹ ਮੂਸਾ ਨਾਲ ਕਰ ਦਿੱਤਾ। ਫਿਰ ਮੂਸਾ ਦੇ ਘਰ ਇੱਕ ਪੁੱਤਰ ਹੋਇਆ ਜਿਸ ਦਾ ਨਾਮ ਮੂਸਾ ਨੇ ਗਿਲਸੋਮ ਰੱਖਿਆ। ਇਸ ਦਾ ਮਤਲਬ ਸੀ ਕਿ ਮੈਂ ਇਸ ਦੇਸ਼ ਵਿੱਚ ਪਰਦੇਸੀ ਹਾਂ। ਤਦ ਮੂਸਾ ਉੱਥੇ ਹੀ ਰਹਿਣ ਲੱਗ ਪਿਆ ਅਤੇ ਆਪਣੇ ਸਹੁਰੇ ਦੀਆਂ ਭੇਡ ਬੱਕਰੀਆਂ ਨੂੰ ਚਰਾਉਣ ਲੱਗ ਪਿਆ। ਇਸ ਤਰ੍ਹਾਂ ਮੂਸਾ ਨੇ ਉੱਥੇ 40 ਸਾਲ ਬਿਤਾਏ। ਇਸ ਵੀਡੀਓ ਵਿੱਚ ਬਸ ਇੰਨਾ ਹੀ ਮੇਰੇ ਭੈਣ ਦੇ ਭਰਾਓ। ਮੂਸਾ ਦੀ ਕਹਾਣੀ ਜਿਹੜੀ ਉਸਨੇ ਲਾਲ ਸਮੁੰਦਰ ਨੂੰ ਚੀਰ ਕੇ 2 ਭਾਗਾਂ ਵਿੱਚ ਕਰ ਦਿੱਤਾ ਸੀ ਅਤੇ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਵਿੱਚ ਬਚਾਇਆ ਸੀ, ਉਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਜੇਕਰ ਤੁਸੀਂ ਉਹ ਨਹੀਂ ਜਾਣਦੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸਣਾ, ਅਸੀਂ ਉਹ ਪੂਰੀ ਕਹਾਣੀ ਤੁਹਾਨੂੰ ਨੈਕਸਟ ਵੀਡੀਓ ਵਿੱਚ ਦਿਖਾਵਾਂਗੇ। ਇਸ ਲਈ ਅੱਜ ਦੇ ਲਈ ਬਸ ਇੰਨਾ ਹੀ। ਸਭ ਨੂੰ ਜੈ ਮਸੀਹ।